ਅੱਜ ਆਪਾਂ ਇੱਕ ਅਜਿਹੀ ਕਹਾਣੀ ਤੇ ਗੱਲ ਕਰਾਂਗੇ ਜੋ ਸੁਣਨ 'ਚ ਤਾਂ ਬੜੀ ਸਧਾਰਨ ਜੀ ਲੱਗਦੀ ਹੈ, ਪਰ ਜਦੋਂ ਇਸ ਦੀਆਂ ਪਰਤਾਂ ਖੋਲੀਏ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਹ ਕਹਾਣੀ ਹੈ ਹਿੰਮਤ ਦੀ, ਆਪਣੇ ਪੈਰਾਂ ਤੇ ਖੜੇ ਹੋਣ ਦੀ ਤੇ ਮੁਸ਼ਕਿਲਾਂ ਨਾਲ ਲੜਨ ਦੀ। ਹਾਂ, ਇਹ ਸਿਰਫ ਮਿਰਚਾਂ ਵਾਲੇ ਸਮੋਸੇ ਦੀ ਕਹਾਣੀ ਨਹੀਂ, ਇਹ ਤਾਂ ਇੱਕ ਹੀਰੋਇਨ ਦੇ ਸਫ਼ਰ ਦੀ ਦਾਸਤਾਨ ਹੈ। ਮੈਂ ਇੱਥੇ ਆ ਮਾਂ, ਫਿਰ ਤੁਸੀਂ ਕੰਮ ਕਿਉਂ ਕਰਦੇ ਹੋ? ਸੋਚੋ, ਇਸ ਇੱਕ ਸਵਾਲ ਵਿੱਚ ਕਿੰਨਾ ਕੁਝ ਛੁਪਿਆ ਹੈ। ਇਹ ਸਿਰਫ ਪਿਆਰ ਦੀ ਗੱਲ ਨਹੀਂ, ਇਹ ਚਾਂਦਨੀ ਦੀ ਆਪਣੀ ਮਾਂ ਲਈ ਇੱਕ ਡੂੰਘੀ ਜ਼ਿੰਮੇਵਾਰੀ ਦਾ ਅਹਿਸਾਸ ਹੈ, ਇੱਕ ਫਰਜ਼ ਹੈ। ਤੇ ਦੇਖਣਾ, ਇਹੀ ਫਰਜ਼ ਉਸਦੇ ਹਰ ਕਦਮ, ਹਰ ਫੈਸਲੇ ਦਾ ਰਾਹ ਬਣੇਗਾ। ਤਾਂ ਆਓ, ਚਾਂਦਨੀ ਦੇ ਇਸ ਸਫ਼ਰ ਨੂੰ 6 ਹਿੱਸਿਆਂ ਵਿੱਚ ਦੇਖਦੇ ਹਾਂ। ਪਹਿਲਾ ਇੱਕ ਧੀ ਦਾ ਸੰਘਰਸ਼, ਫਿਰ ਸਹੁਰਿਆਂ ਦੀ ਚੁਣੌਤੀ, ਉਸ ਤੋਂ ਬਾਅਦ ਸਮੋਸਿਆਂ ਨਾਲ ਆਤਮ ਨਿਰਭਰਤਾ, ਫਿਰ ਬਾਜ਼ਾਰ ਵਿੱਚ ਇੱਕ ਵੱਡਾ ਟਕਰਾਅ, ਇੱਕ ਗਲਤੀ ਦਾ ਅਹਿਸਾਸ ਤੇ ਆਖਿਰ ਵਿੱਚ ਇੱਕ ਬਿਲਕੁਲ ਨਵੀਂ ਸ਼ੁਰੂਆਤ। ਇਹ ਸਾਨੂੰ ਉਸ ਦੀ ਪੂਰੀ ਕਹਾਣੀ ਸਮਝਣ ਵਿੱਚ ਮਦਦ ਕਰੇਗਾ। ਤਾਂ ਸਭ ਤੋਂ ਪਹਿਲਾਂ ਇੱਕ ਧੀ ਦਾ ਸੰਘਰਸ਼। ਦੇਖੋ, ਹਰ ਕਹਾਣੀ ਦੀ ਇੱਕ ਸ਼ੁਰੂਆਤ ਹੁੰਦੀ ਹੈ। ਚਾਂਦਨੀ ਦੀ ਦੁਨੀਆ ਕੀ ਸੀ? ਇੱਕ ਬਿਮਾਰ ਮਾਂ ਦੀ ਦੇਖਭਾਲ ਕਰਨੀ ਤੇ ਬਾਜ਼ਾਰ ਵਿੱਚ ਮਿਰਚਾਂ ਵੇਚ ਕੇ ਘਰ ਚਲਾਉਣਾ। ਬਸ ਇਹੀ ਸੀ ਉਸ ਦੀ ਸਧਾਰਨ ਜਿਹੀ ਦੁਨੀਆ। ਤਾਂ ਚਾਂਦਨੀ ਦੀ ਜ਼ਿੰਦਗੀ ਵਿੱਚ ਦੇਖਭਾਲ ਵੀ ਸੀ, ਮੁਸ਼ਕਿਲਾਂ ਵੀ ਸਨ ਤੇ ਨਾਲ ਹੀ ਇੱਕ ਡਰ ਵੀ। ਜਦੋਂ ਉਹ ਬਾਜ਼ਾਰ ਤੋਂ ਘਰ ਵਾਪਸ ਆਂਦੀ ਸੀ ਤਾਂ ਕੁਝ ਸਥਾਨਕ ਗੁੰਡੇ ਉਸ ਨੂੰ ਤੰਗ ਕਰਦੇ ਸਨ। ਸੋ ਪਿਆਰ ਤੇ ਸੰਘਰਸ਼ ਦੇ ਨਾਲ-ਨਾਲ ਇੱਕ ਖਤਰਾ ਵੀ ਹਮੇਸ਼ਾ ਉਸ ਦੇ ਸਿਰ ਤੇ ਮੰਡਰਾਂਦਾ ਰਹਿੰਦਾ ਸੀ। ਤੇ ਫਿਰ ਆਉਂਦੀ ਹੈ ਦੂਜੀ ਦਹਿਲੀਜ਼, ਸਹੁਰਿਆਂ ਦੀ ਚੁਣੌਤੀ। ਵੈਸੇ ਤਾਂ ਵਿਆਹ ਨੂੰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ, ਪਰ ਇੱਥੇ ਇਹੀ ਵਿਆਹ ਕਹਾਣੀ ਦੇ ਸਭ ਤੋਂ ਵੱਡੇ ਮੋੜ, ਸਭ ਤੋਂ ਵੱਡੇ ਟਕਰਾਅ ਦੀ ਵਜ੍ਹਾ ਬਣਦਾ ਹੈ। ਇੱਥੇ ਦੇਖੋ, ਦੋ ਬਿਲਕੁਲ ਵੱਖਰੀਆਂ ਸੋਚਾਂ ਟਕਰਾਉਂਦੀਆਂ ਨੇ। ਮੁੰਡਾ ਕਹਿੰਦਾ ਕੁੜੀ ਬਸ ਚੰਗੀ ਹੋਣੀ ਚਾਹੀਦੀ ਹੈ, ਹੋਰ ਕੁਝ ਨਹੀਂ। ਪਰ ਉਸਦੀ ਮਾਂ ਯਾਨੀ ਸੱਸ ਕੀ ਸੋਚਦੀ ਹੈ? ਗਰੀਬ ਦਾ ਮਤਲਬ ਝੰਜਟ। ਇਹ ਲੋਕ ਸਾਡੇ ਨਾਲ ਕਿੱਥੇ ਰਲਣਗੇ? ਇੱਕ ਪਾਸੇ ਪਿਆਰ ਹੈ, ਦੂਜੇ ਪਾਸੇ ਪੈਸਾ ਤੇ ਸਮਾਜਿਕ ਰੁਤਬਾ। ਇੱਥੋਂ ਹੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ। ਤੇ ਫਿਰ ਸੱਸ ਸਾਫ਼-ਸਾਫ਼ ਕਹਿ ਦਿੰਦੀ ਹੈ, ਜੇ ਤੂੰ ਇਸ ਘਰ ਵਿੱਚ ਰਹਿਣਾ ਹੈ ਤਾਂ ਮੇਰੇ ਹਿਸਾਬ ਨਾਲ ਚੱਲਣਾ ਪਵੇਗਾ, ਨਹੀਂ ਤਾਂ ਸਿੱਧੀ ਆਪਣੀ ਮਾਂ ਦੇ ਘਰ ਵਾਪਸ ਚਲੀ ਜਾ। ਇਹ ਇੱਕ ਅਲਟੀਮੇਟਮ ਸੀ। ਚਾਂਦਨੀ ਨੂੰ ਆਪਣੀ ਬਿਮਾਰ ਮਾਂ ਤੇ ਆਪਣੇ ਸਹੁਰੇ ਘਰ ਵਿੱਚੋਂ ਇੱਕ ਨੂੰ ਚੁਣਨਾ ਪੈਣਾ ਸੀ। ਕੀ ਫੈਸਲਾ ਹੋਵੇਗਾ? ਤੇ ਚਾਂਦਨੀ ਆਪਣੀ ਮਾਂ ਨੂੰ ਚੁਣਦੀ ਹੈ। ਉਹ ਸਹੁਰਾ ਘਰ ਛੱਡ ਕੇ ਆਪਣੀ ਮਾਂ ਦੀ ਦੇਖਭਾਲ ਕਰਨ ਲਈ ਵਾਪਸ ਆ ਜਾਂਦੀ ਹੈ। ਜਾਣਦੇ ਹੋ, ਇਹ ਹਾਰ ਨਹੀਂ ਸੀ, ਇਹ ਉਸਦੀ ਤਾਕਤ ਸੀ। ਇਸੇ ਪਲ ਉਸਨੇ ਆਪਣੀ ਕਿਸਮਤ ਆਪਣੇ ਹੱਥਾਂ ਵਿੱਚ ਲੈ ਲਈ ਤੇ ਇੱਕ ਅਣਜਾਣ ਰਾਹ ਤੇ ਤੁਰ ਪਈ। ਅਸਲ ਸਫ਼ਰ ਤਾਂ ਹੁਣ ਸ਼ੁਰੂ ਹੋਇਆ ਸੀ। ਹੁਣ ਆਉਂਦਾ ਹੈ ਤੀਜਾ ਪੜਾਅ, ਸਮੋਸਿਆਂ ਰਾਹੀਂ ਆਤਮ ਨਿਰਭਰਤਾ। ਘਰ ਵਾਪਸ ਆਉਣਾ ਸੌਖਾ ਨਹੀਂ ਸੀ। ਉਸਦੇ ਸਾਹਮਣੇ ਕਈ ਨਵੀਆਂ ਮੁਸ਼ਕਿਲਾਂ ਖੜੀਆਂ ਸਨ, ਪਰ ਕਈ ਵਾਰ ਇਹੀ ਮੁਸ਼ਕਿਲਾਂ ਸਾਨੂੰ ਨਵੇਂ ਰਾਹ ਲੱਭਣ ਲਈ ਮਜਬੂਰ ਕਰ ਦਿੰਦੀਆਂ ਹਨ। ਤੇ ਦੇਖੋ, ਚਾਂਦਨੀ ਦਾ ਬਿਜ਼ਨਸ ਪਲਾਨ ਕਿੰਨਾ ਕਮਾਲ ਦਾ ਸੀ। ਪਹਿਲਾ ਕਦਮ, ਆਪਣੇ ਹੀ ਵਿਹੜੇ ਵਿੱਚ ਹਰੀਆਂ ਮਿਰਚਾਂ ਉਗਾਉਣੀਆਂ। ਦੂਜਾ, ਇੱਕ ਬਿਲਕੁਲ ਨਵੀਂ ਚੀਜ਼ ਬਣਾਉਣੀ, ਮਸਾਲੇਦਾਰ ਸਮੋਸੇ। ਤੇ ਤੀਜਾ, ਉਹਨਾਂ ਨੂੰ ਬਾਜ਼ਾਰ ਵਿੱਚ ਵੇਚ ਕੇ ਆਪਣੇ ਪੈਰਾਂ ਤੇ ਖੜੇ ਹੋਣਾ। ਕਿੰਨੀ ਸਮਝਦਾਰੀ ਵਾਲੀ ਗੱਲ ਹੈ ਨਾ? ਇਹ ਉਸਦੀ ਹਿੰਮਤ ਤੇ ਸੋਚ ਨੂੰ ਦਰਸਾਉਂਦਾ ਹੈ। ਇਸ ਸਫ਼ਰ ਵਿੱਚ ਉਸਦਾ ਪਤੀ ਉਸਦਾ ਸਭ ਤੋਂ ਵੱਡਾ ਸਹਾਰਾ ਬਣਦਾ ਹੈ, ਜੋ ਉਸਨੂੰ ਤੰਗ ਕਰਨ ਵਾਲਿਆਂ ਤੋਂ ਬਚਾਉਂਦਾ ਹੈ। ਪਰ ਦੂਜੇ ਪਾਸੇ ਉਸਦੀ ਸੱਸ ਇੱਕ ਸਥਾਨਿਕ ਸ਼ਰਾਰਤੀ ਬੰਦੇ ਦੀਆਂ ਗੱਲਾਂ ਵਿੱਚ ਆ ਕੇ ਉਸਦੀ ਸਭ ਤੋਂ ਵੱਡੀ ਵਿਰੋਧੀ ਬਣ ਜਾਂਦੀ ਹੈ। ਇੱਕ ਪਾਸੇ ਸਹਿਯੋਗੀ, ਦੂਜੇ ਪਾਸੇ ਦੁਸ਼ਮਣ। ਹੁਣ ਤਾਂ ਟਕਰਾਅ ਹੋਣਾ ਤੈਅ ਸੀ। ਤੇ ਫਿਰ ਆਉਂਦੀ ਹੈ ਅਸਲ ਪ੍ਰੀਖਿਆ, ਬਾਜ਼ਾਰ ਵਿੱਚ ਟਕਰਾਰ। ਕਹਾਣੀ ਦਾ ਸਭ ਤੋਂ ਅਹਿਮ ਮੋੜ। ਚਾਂਦਨੀ ਦੇ ਸਮੋਸਿਆਂ ਦੇ ਸਟਾਲ ਤੇ ਸਾਰਾ ਡਰਾਮਾ ਸਾਰਿਆਂ ਦੇ ਸਾਹਮਣੇ ਹੁੰਦਾ ਹੈ। ਇੱਥੇ ਹੁਣ ਸਭ ਕੁਝ ਦਾਅ ਤੇ ਲੱਗਾ ਹੋਇਆ ਸੀ। ਸੱਸ ਬਾਜ਼ਾਰ ਵਿੱਚ ਆ ਕੇ ਚੀਕਦੀ ਹੈ, ਤੇਰੀ ਇੰਨੀ ਹਿੰਮਤ, ਮੇਰੇ ਘਰ ਦੀ ਨੂੰਹ ਹੋ ਕੇ ਇਹ ਕੰਮ ਕਰ ਰਹੀ ਹੈ? ਤੇਰੇ ਕਰਕੇ ਮੈਂ ਤਾਂ ਕਿਤੇ ਮੂੰਹ ਦਿਖਾਣ ਜੋਗੀ ਨਹੀਂ ਰਹੀ। ਸੋਚੋ, ਕਿੰਨਾ ਗੁੱਸਾ, ਕਿੰਨੀ ਸਮਾਜਿਕ ਸ਼ਰਮ ਉਸਦੇ ਸ਼ਬਦਾਂ ਵਿੱਚੋਂ ਝਲਕ ਰਹੀ ਹੈ। ਇਹ ਚਾਂਦਨੀ ਲਈ ਸਭ ਤੋਂ ਔਖਾ ਪਲ ਸੀ। ਪਰ ਚਾਂਦਨੀ ਡਰਦੀ ਨਹੀਂ। ਉਹ ਬੜੀ ਹਿੰਮਤ ਨਾਲ ਜਵਾਬ ਦਿੰਦੀ ਹੈ, ਇਹ ਕਿਹੋ ਜਿਹੀ ਗੱਲ ਹੈ? ਇਸ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਹੈ? ਮੈਂ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਮਾਂ ਦੀ ਦੇਖਭਾਲ ਕਰਨਾ ਚਾਹਨੀ ਹਾਂ। ਵਾਹ, ਕੀ ਜਵਾਬ ਸੀ! ਇਹ ਉਸਦੀ ਤਾਕਤ ਸੀ, ਉਸਦਾ ਆਤਮ ਸਨਮਾਨ ਸੀ। ਤੇ ਫਿਰ ਇੱਕਦਮ ਉਸਦਾ ਪਤੀ ਉੱਥੇ ਪਹੁੰਚ ਜਾਂਦਾ ਹੈ। ਉਹ ਸਿੱਧਾ ਉਸ ਬੰਦੇ ਕੋਲ ਜਾਂਦਾ ਹੈ ਜਿਸਨੇ ਉਸਦੇ ਮਾਂ ਦੇ ਕੰਨ ਭਰੇ ਸਨ ਤੇ ਸਾਰਿਆਂ ਦੇ ਸਾਹਮਣੇ ਉਸ ਤੋਂ ਸੱਚ ਕਬੂਲ ਕਰਵਾਉਂਦਾ ਹੈ। ਬਸ ਝੂਠ ਦਾ ਪਰਦਾ ਫਾਸ਼ ਹੋ ਗਿਆ ਤੇ ਸੱਚ ਸਾਰਿਆਂ ਦੇ ਸਾਹਮਣੇ ਆ ਗਿਆ। ਕਦੇ ਸੋਚਿਆ, ਸੱਚਾਈ ਦਾ ਇੱਕ ਪਲ ਸਭ ਕੁਝ ਕਿਵੇਂ ਬਦਲ ਸਕਦਾ ਹੈ? ਬਸ ਇੱਕ ਪਲ ਵਿੱਚ ਸਾਰੀਆਂ ਗਲਤਫਹਿਮੀਆਂ ਮਿਟ ਗਈਆਂ,
ਸਾਰੇ ਗੁੱਸੇ ਗਿਲੇ ਦੂਰ ਹੋ ਗਏ ਤੇ ਰਿਸ਼ਤਿਆਂ ਨੂੰ ਇੱਕ ਨਵਾਂ ਮੌਕਾ ਮਿਲਿਆ। ਹੁਣ ਵਾਰੀ ਹੈ 5ਵੇਂ ਪੜਾਅ ਦੀ, ਇੱਕ ਗਲਤੀ ਦਾ ਅਹਿਸਾਸ। ਹੁਣ ਫੋਕਸ ਸੱਸ ਤੇ ਹੈ। ਜਦੋਂ ਉਸ ਨੂੰ ਸੱਚਾਈ ਪਤਾ ਲੱਗਦੀ ਹੈ ਤਾਂ ਉਸ ਦਾ ਪਛਤਾਵਾ ਹੀ ਉਸ ਦੀ ਵਾਪਸੀ ਦਾ ਰਾਹ ਬਣਦਾ ਹੈ। ਉਹ ਹੁਣ ਆਪਣੀ ਗਲਤੀ ਸੁਧਾਰਨਾ ਚਾਹੁੰਦੀ ਹੈ। ਉਹ ਆਪਣੇ ਆਪ ਨੂੰ ਕਹਿੰਦੀ ਹੈ, ਮੈਂ ਤਾਂ ਆਪਣੇ ਆਪ ਨੂੰ ਬੜੀ ਸਿਆਣੀ ਸਮਝਦੀ ਸੀ, ਪਰ ਉਸ ਛੋਕਰੇ ਨੇ ਮੈਨੂੰ ਮੂਰਖ ਬਣਾ ਦਿੱਤਾ। ਮੈਂ ਬਹੁਤ ਵੱਡੀ ਗਲਤੀ ਕਰ ਬੈਠੀ ਹਾਂ। ਦੇਖੋ, ਉਸ ਦੇ ਆਪਣੇ ਸ਼ਬਦਾਂ ਵਿੱਚ ਕਿੰਨਾ ਡੂੰਘਾ ਪਛਤਾਵਾ ਹੈ। ਆਪਣੀ ਗਲਤੀ ਮੰਨ ਲੈਣਾ ਹੀ ਤਾਂ ਬਦਲਾਅ ਦਾ ਪਹਿਲਾ ਕਦਮ ਹੁੰਦਾ ਹੈ। ਤੇ ਫਿਰ ਉਹ ਸਿਰਫ ਸੋਚਦੀ ਹੀ ਨਹੀਂ, ਸਗੋਂ ਕੁਝ ਕਰਦੀ ਵੀ ਹੈ। ਸੱਸ ਤੇ ਉਸ ਦਾ ਪੁੱਤਰ ਦੋਵੇਂ ਚਾਂਦਨੀ ਦੇ ਘਰ ਮਾਫੀ ਮੰਗਣ ਲਈ ਜਾਂਦੇ ਹਨ। ਇੱਥੋਂ ਹੀ ਟੁੱਟਿਆ ਹੋਇਆ ਪਰਿਵਾਰ ਦੁਬਾਰਾ ਜੁੜਨਾ ਸ਼ੁਰੂ ਹੁੰਦਾ ਹੈ, ਇਸ ਵਾਰ ਸੱਚਾਈ ਦੀ ਨੀਂਹ ਤੇ ਹੁਣ ਆ ਗਿਆ ਆਖਰੀ ਪੜਾਅ, ਇੱਕ ਨਵੀਂ ਸ਼ੁਰੂਆਤ। ਇਹ ਉਹ ਪਲ ਹੈ ਜਿੱਥੇ ਪਰਿਵਾਰ ਫਿਰ ਤੋਂ ਇਕਜੁੱਟ ਹੁੰਦਾ ਹੈ ਤੇ ਇੱਕ ਨਵੀਂ ਖੁਸ਼ੀਆਂ ਭਰੀ ਜ਼ਿੰਦਗੀ ਸ਼ੁਰੂ ਕਰਦਾ ਹੈ। ਚਾਂਦਨੀ ਕੀ ਕਰਦੀ ਹੈ? ਉਹ ਆਪਣੇ ਸਮੋਸਿਆਂ ਦੇ ਕਾਰੋਬਾਰ ਦੀ ਪਹਿਲੀ ਕਮਾਈ ਨਾਲ ਆਪਣੀ ਸੱਸ ਲਈ ਇੱਕ ਸੋਹਣੀ ਜਿਹੀ ਸਾੜੀ ਖਰੀਦਦੀ ਹੈ। ਇਹ ਸਿਰਫ ਇੱਕ ਤੋਹਫਾ ਨਹੀਂ ਸੀ, ਇਹ ਮਾਫੀ ਦਾ, ਸਫਲਤਾ ਦਾ ਪ੍ਰਤੀਕ ਸੀ। ਇਸ ਦਾ ਮਤਲਬ ਸੀ ਕਿ ਚਾਂਦਨੀ ਨੇ ਸਿਰਫ ਪੈਸੇ ਹੀ ਨਹੀਂ, ਸਗੋਂ ਦਿਲ ਵੀ ਜਿੱਤ ਲਏ ਸਨ। ਇਸ ਤੋਂ ਬਾਅਦ ਇੱਕ ਨਵਾਂ ਪਰਿਵਾਰਿਕ ਉੱਦਮ ਸ਼ੁਰੂ ਹੁੰਦਾ ਹੈ। ਚਾਂਦਨੀ ਇੱਕ ਨਵਾਂ ਪਲਾਨ ਦੱਸਦੀ ਹੈ ਕਿ ਉਹ ਆਪਣੀ ਮਾਂ ਦੇ ਘਰ ਮਿਰਚਾਂ ਦੀ ਖੇਤੀ ਕਰੇਗੀ। ਪਤਾ ਹੈ ਕੀ ਹੁੰਦਾ ਹੈ? ਸੱਸ ਕਹਿੰਦੀ ਹੈ ਕਿ ਸਾਰਾ ਪੈਸਾ ਉਹ ਲਗਾਵੇਗੀ। ਇੱਥੋਂ ਤੱਕ ਕਿ ਉਸ ਦਾ ਪਤੀ ਤੇ ਬਾਕੀ ਪਰਿਵਾਰ ਵੀ ਮਦਦ ਕਰਨ ਦਾ ਵਾਅਦਾ ਕਰਦਾ ਹੈ। ਹੁਣ ਇੱਕ ਪਰਿਵਾਰ ਨਹੀਂ, ਇੱਕ ਟੀਮ ਬਣ ਗਈ ਸੀ। ਤੇ ਫਿਰ ਕੀ ਸੀ? ਮਿਰਚਾਂ ਵਾਲੇ ਸਮੋਸੇ ਦਾ ਸਟਾਲ, ਜਿਸ ਨੂੰ ਹੁਣ ਪੂਰਾ ਪਰਿਵਾਰ ਮਿਲ ਕੇ ਚਲਾਉਂਦਾ ਸੀ, ਬਹੁਤ ਮਸ਼ਹੂਰ ਹੋ ਗਿਆ। ਇਹ ਇੱਕ ਵੱਡੀ ਸਫਲਤਾ ਸੀ ਜਿਸ ਨੇ ਪੂਰੇ ਪਰਿਵਾਰ ਲਈ ਖੁਸ਼ਹਾਲੀ ਲਿਆਂਦੀ। ਤਾਂ ਸੋਚੋ, ਚਾਂਦਨੀ ਦੀ ਇਹ ਕਹਾਣੀ ਸਾਨੂੰ ਕੀ ਸਿਖਾਉਂਦੀ ਹੈ? ਇਹ ਸਾਨੂੰ ਹਿੰਮਤ, ਮਾਫੀ ਤੇ ਆਪਣੇ ਸੁਪਨਿਆਂ ਲਈ ਲੜਨ ਬਾਰੇ ਇੱਕ ਬਹੁਤ ਵੱਡਾ ਸਬਕ ਦਿੰਦੀ ਹੈ। ਇਹ ਸਿਰਫ ਚਾਂਦਨੀ ਦੀ ਕਹਾਣੀ ਨਹੀਂ, ਇਹ ਕਿਤੇ ਨਾ ਕਿਤੇ ਸਾਡੀ ਸਾਰਿਆਂ ਦੀ ਕਹਾਣੀ ਹੈ।